ਹੁਣ ਗੱਲ ਤੁਸੀਂ ਸਾਰਾ ਕੁਝ ਸਿੱਖ ਲਿਆ, ਤੁਸੀਂ ਇੰਨਾ ਮਤਲਬ ਇੰਨੀਆਂ ਮਜ਼ਾਲਾਂ ਤਿਆਰ ਕਰਕੇ ਇੰਨਾ ਕੁਛ ਤੁਸੀਂ ਮਤਲਬ ਵੀ ਇੰਨਾ ਪੜ੍ਹੇ ਲਿਖੇ ਜਾਂ ਇੰਨਾ ਸਾਰਾ ਕੁਛ ਕੀਤਾ ਤੇ ਉਹਨੇ ਮਤਲਬ ਅੱਗੋਂ ਜਵਾਬ ਦਿੱਤਾ ਕਹਿੰਦਾ ਵੀ ਅਜੇ ਮੇਰਾ ਮਤਲਬ ਸਿੱਖਣ ਵਿੱਚ ਬੜੀ ਸ਼ੁਰੂ ਹੋਇਆ। ਉਹਨਾਂ ਕਿਹਾ ਕਿ ਤੁਸੀਂ ਇੰਨੀ ਪੜ੍ਹਾਈ ਕਰਕੇ ਤੇ ਇੰਨੀਆਂ ਮਜ਼ਾਲਾਂ ਤਿਆਰ ਕੀਤੇ, ਕਹਿੰਦੇ ਵੀ ਜੀ ਮੈਂ ਚੀਜ਼ ਤਿਆਰ ਕੀਤੀ ਹੈ ਨਾ ਅਜੇ ਮੇਰਾ ਤਜਰਬਾ ਸ਼ੁਰੂ ਹੋਇਆ ਜੀ, ਅਜੇ ਮੈਂ ਬਹੁਤ ਕੁਛ ਸਿੱਖਣਾ ਹੈ। ਇਹਦਾ ਮਤਲਬ ਕਿ ਅਸੀਂ ਸ਼ਾਇਦ ਮਹਿਸੂਸ ਕਰਦੇ ਹੋਵਾਂਗੇ ਅਸੀਂ ਦੁਆ ਕਰ ਲਈ ਜਾਂ ਆਪਾਂ ਇਹਦਾ ਬਸਮਾ ਲੈ ਲਿਆ, ਬਸ ਇਹਦਾ ਹੀ ਕੁਝ ਬੜਾ ਸਿੱਖ ਲਿਆ, ਪਰ ਸਾਡੀ ਸਿੱਖਣ ਦੀ ਸ਼ੁਰੂਆਤ ਹੋਈ ਹੈ ਤੇ ਕੋਈ ਵੀ ਕੰਮ ਜਿਹੜਾ ਨਾ ਔਖਾ ਨਹੀਂ ਸਿੱਖੀਏ। ਕਿਆ ਹੈਗਾ ਔਖਾ? ਨਹੀਂ ਬੋਲਾ ਹੈਗਾ ਹਾਲੇਲੂਇਆ ਹਾਲੇਲੂਇਆ। ਔਖਾ ਹੈਗਾ ਕੋਈ ਕੰਮ ਔਖਾ ਨਹੀਂ ਹੈ ਜਦੋਂ ਸਿੱਖੀਏ। ਸਿਰਫ ਜਦੋਂ ਮਤਲਬ ਸਿੱਖਿਆ ਨਹੀਂ ਤਾਂ ਉਹ ਲੱਗਦਾ ਔਖਾ ਲੱਗਦਾ। ਤਾਂ ਇਸ ਕਰਕੇ ਨਾ ਬੇਟੇ ਸਿੱਖਣਾ ਔਖਾ ਲੱਗਦਾ, ਸਿੱਖ ਲਈਏ ਫਿਰ ਜੋ ਸਿੱਖੀਦਾ ਆ ਸਿੱਖਣ ਲੱਗਿਆ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ। ਮੈਂ ਤਾਂ ਸਾਨੂੰ ਛੋਟੀ ਜਿਹੀ ਧਾਰਨ ਦੇ ਦਿਆਂ ਆ ਮੇਰੇ ਪੰਜਾਬੀ ਕੁੜਤੇ ਜਿਹੜੇ ਨਾ ਕੋਈ ਨਹੀਂ ਸਿੱਖਦਾ, ਇਹ ਦੋ ਹੀ ਕਰਦੀ ਹੈ ਮੇਰਾ ਵਗ ਗਿਆ ਤੇ ਇੱਕ ਚੱਲ ਗਿਆ ਬਸਾ। ਸਲੋਵੀ ਨੂੰ ਕਹਿੰਦੀ ਵੀ ਡੈਡੀ ਤੇਰਾ ਪੰਜਾਬਾ ਕੁੜਤਾ ਮੈਂ ਸੀਗਾ, ਮੈਂ ਵੀ ਕਰਦੀ ਨਹੀਂ ਸੀ ਤੇ ਤੂੰ ਕਿੱਥੋਂ ਸੀ ਲੈਣਾ, ਇੱਕ ਦੂਰ ਦੀ ਇਹਨੇ ਮਤਲਬ ਤਜਰਬਾ ਕੀਤਾ ਜਾ ਕੇ ਖੋਲ ਕੇ ਇਹ ਬੱਚੇ ਬਣੇ ਦਾ ਛੋਟੇ ਦਾ ਇਹਨੇ ਪੰਜਾਬਾ ਕੁੜਤਾ ਸੀ। ਇਹ ਕੋਈ ਸਿੱਖਿਆ ਨੈਟ ਤੋਂ ਸਿੱਖ ਲਿਆ, ਸੀਗੇ ਸ਼ਾਮ ਤੱਕ ਇਹਦੀ ਗੱਲ ਪਾਤਾ 80% ਉਹ ਠੀਕ ਕਰੇ, 20% ਕਮੀ ਰਹਿ ਗਈ। ਮੈਨੂੰ ਕਹਿੰਦੀ ਹੁਣ ਜਿੱਦਣ 20% ਕਮੀ ਨਿਕਲੀ ਉਹ ਤੁਹਾਡਾ ਬਸ ਹੀ ਰੱਖਿਆ ਸਿੱਖ ਲਿਆ। ਜਦੋਂ ਸਿੱਖ ਲਿਆ ਤੇ ਪਤਾ ਵੀ ਜਦੋਂ ਕੋਸ਼ਿਸ਼ ਕੀਤੀ ਹਾਲਾ ਕੋਈ ਲਾਗੇ ਸਿਖਾਉਣ ਵਾਲਾ ਨਹੀਂ, ਕੋਈ ਲਾਗੇ ਸਮਝਾਉਣ ਵਾਲਾ ਨਹੀਂ, ਸਿਰਫ ਕੁੱਤਾ ਉਤਰਾਲੇ ਕਟਾਈ ਜਾਈ ਤਾਂ ਉਹ ਬੋਲੀਆਂ ਦੇ ਉੱਪਰ ਕਟਾਈ ਕਰਦੇ ਹੁੰਦੀ। ਪਰ ਇਹ ਕਿ ਜੋ ਸਵੇਰ ਤੋਂ ਅੰਦਰ ਬੈਠੀਗਾ ਤੇ ਸ਼ਾਮ ਨੂੰ ਅੰਦਰੋਂ ਨਿਕਲੀ ਉੱਠੀ ਜੋ ਸਿੱਖ ਲਿਆ। ਆ ਜਿਹੜਾ ਕਮੀਜ਼ ਦਾ ਪਾਇਆ ਤਾਂ ਇੱਕ ਛੋਟਾ ਟਾਕੇ ਟੁਕੀਆਂ ਇਕੱਠੇ ਕਰਕੇ ਆਪਣਾ ਕਮੀਜ਼ ਦਾ ਜੋ ਤਜਰਬਾ ਕਰਦਾ ਬੰਦੇ ਜ਼ਿੰਦਗੀ ਵਿੱਚ ਉਹਨੂੰ ਕੋਈ ਕੰਮ ਨਹੀਂ ਔਖਾ ਨਹੀਂ। ਲੇਕਿਨ ਮੈਂ ਸੋਚ ਰਿਹਾ ਮੈਂ ਕਿ ਜੈ ਦੁਨੀਆ ਹੈ ਕੋ ਇਹਦਾ ਨਹੀਂ ਸਹੀ ਇੱਕ ਟਾਕੇ ਨੂੰ ਲਾ ਕੇ ਕੁਦਰ ਲਾ ਕੇ ਕੁਦਰ ਲਾ ਕੇ ਤੇ ਸ਼ਾਮਾਂ ਨੂੰ ਆਪਣਾ ਮਦਦ ਕੇ ਕੋਈ ਬਾਗ ਦਾ ਜੀ ਆ ਗਿਆ। ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੰਮ ਦੀ ਉਹਦੇ ਵਿੱਚ ਸਫਲ ਹੋ ਜਾਂਦੇ ਹਾਂ, ਜਦੋਂ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਤਾਂ ਆਪਾਂ ਕਦੀ ਸਫਲ ਨਹੀਂ ਹੁੰਦੇ। ਸਿਰਫ ਕੋਸ਼ਿਸ਼ ਵੀ ਕਰਦੇ ਕਰਨੀ ਹੈ ਕਿਸੇ ਕਿਤੇ ਅਸੀਂ ਸੋਚਦੇ ਰਹੇ ਨਹੀਂ ਕਿ ਸਿੱਖ ਸਕਦੇ ਹਾਂ। एक बार पास पे आ रही जब प्रवाल बच्चे सुना लगे कहते भी मैं ही बोल रहा तो लाके पंजाबी वाला खड़ा कर देना बोलता बोला लाके पंजाबी वाला खड़ा कर दिया। जो पंजाबी वाला खड़ा कर दिया कहता भी ये पंजाबी बोलोगे मैं अलग फिर हिंदी बोलूँगा अंदर इस करके कि तुम कलाम औखा लगता बाद पूरा मेरे हासे हासे गल करती आता गल सुनो अंदर मेरे भी मेरी हिंदी तो समझ नहीं आती। कहते भी जिन्ने सीरियल ते जिन्ने फिल्मां होंदियां ने सारियां बातें बोल करके बोल रहे हो हिंदी की बोल रहे हो हिंदी बोल रहे कहते भी वो तो सीरियल भी हिंदी समझ आ जाते ते फिल्मां भी हिंदी में आ जाती है समझ आ जाती है पर अगर मेरी पंजाबी मेरी हिंदी तुहानू समझ नहीं क्योंकि वो इस करके वो साडा इंटरेस्ट है सीखण च देखण च कलाम सुनने में साडा इंटरेस्ट सरगी इंटरेस्ट का रुझान नहीं है जिन्ना चਿਰ ਸਾਡੇ ਅੰਦਰ ਰੁਝਾਨ ਨਹੀਂ ਹੋਵੇਗਾ ਉਹਨਾਂ ਤੱਕ ਅਸੀਂ ਕਦੀ ਕਾਬਲ ਨਹੀਂ ਬਣ ਸਕਦੇ। ਹਾਲੇਲੂਇਆ ਹਾਲੇਲੂਇਆ ਉੱਚੀ ਨਾ ਬੋਲੋ ਹਾਲੇਲੂਇਆ ਹਨਾ। ਇਸ ਕਰਕੇ ਅੱਜ ਅਸੀਂ ਸੰਗਤੀ ਵਿੱਚ ਆਏ ਸਾਰੇ ਘਰ ਭਰਾ ਇੱਕ ਲਗਾ ਕੇ ਪਰਮੇਸ਼ਰ ਦਾ ਪਾਕ ਕਲਾਮ ਸਿੱਖਿਆ ਸਿੱਖ ਆਪਾਂ ਅਸੀਂ ਵਚਨ ਪੜ੍ਹਦੇ ਹਾਂ। आसिया का खातुस का 5 बाप ਉਹਦੀ 8 ਐਤ ਤੋਂ ਲੈ ਕੇ
ਤੇ ਪੜ੍ਹ ਕੇ ਉਸ ਉੱਤੇ ਥੋੜਾ ਜਿਹਾ ਅਸੀਂ ਗੌਰ ਕਰਦੇ ਹਾਂ। ਹਾਂਜੀ ਪਹਿਲੇ ਤੁਸੀਂ ਹਨੇਰੇ ਦੇ ਵਾਸੀ ਸੋ, ਪਰ ਹੁਣ ਤੁਸੀਂ ਪ੍ਰਭੂ ਦੀ ਸੰਗਤ ਵਿੱਚ ਆ ਕੇ ਚਾਨਣ ਦੇ ਵਾਸੀ ਬਣ ਪ੍ਰਭੂ ਦੀ ਸੰਗਤ ਵਿੱਚ ਆਣ ਕੇ ਤੇ ਚਾਨਣ ਦੇ ਬਣ ਗਏ, ਵਾਸੀ ਬਣ ਗਏ। ਇਸ ਲਈ ਹੁਣ ਤੁਸੀਂ ਚਾਨਣ ਦੇ ਵਾਸੀਆਂ ਦੀ ਤਰ੍ਹਾਂ ਇਸ ਲਈ ਹੁਣ ਤੁਸੀਂ ਚਾਨਣ ਦੇ ਵਾਸੀਆਂ ਦੀ ਤਰ੍ਹਾਂ ਜੀਵਨ ਜਿਹੜਾ ਉਹ ਬਤੀਤ ਕਰੋ। ਯਾਦ ਰੱਖੋ ਚਾਨਣ ਕੀ ਹੈ, ਯਾਦ ਰੱਖੋ ਚਾਨਣੀ ਹੈ, ਉਹ ਹਰ ਤਰ੍ਹਾਂ ਦੀ ਭਲਾਈ ਧਾਰਮਿਕਤਾ ਅਤੇ ਸੱਤ ਨੂੰ ਜਨਮ ਦਿੰਦਾ ਹੈ। ਸੱਤ ਨੂੰ ਜਨਮ ਦਿੰਦਾ ਹੈ। ਹਮੇਸ਼ਾ ਉਸ ਚੀਜ਼ ਦੀ ਭਾਲ ਕਰੋ ਜਿਸ ਤੋਂ ਪ੍ਰਭੂ ਖੁਸ਼ ਹੁੰਦਾ ਹੈ, ਜਿਹਦੇ ਤੋਂ ਪਰਮੇਸ਼ਰ ਖੁਸ਼ ਹੁੰਦਾ ਹੈ। ਹਨੇਰੇ ਦੇ ਵਾਸੀਆਂ ਦੇ ਕੰਮ ਨਾਲ ਹਾਂਜੀ ਹਨੇਰੇ ਦੇ ਵਾਸੀਆਂ ਦੇ ਕੰਮ ਨਾਲ ਹਨੇਰੇ ਦੇ ਵਾਸੀਆਂ ਦੇ ਕੰਮ ਨਾਲ ਕੋਈ ਵਾਸਤਾ ਨਾ ਰੱਖੋ, ਸਗੋਂ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰੋ, ਉਹਨਾਂ ਗੱਲਾਂ ਨੂੰ ਜੋ ਗੁਪਤ ਰੂਪ ਵਿੱਚ ਕਰਦੇ ਹਨ। ਮੂੰਹ ਤੇ ਲਿਆਉਣਾ ਵੀ ਸ਼ਰਮ ਦੀ ਗੱਲ ਹੈ। ਹਰ ਚੀਜ਼ ਜੋ ਚਾਨਣ ਦੁਆਰਾ ਪ੍ਰਗਟ ਕਰ ਦਿੱਤੀ ਹਰ ਜਾਂਦੀ ਤਰ੍ਹਾਂ ਹੈ, ਚੀਜ਼ ਚਾਨਣ ਦੁਆਰਾ ਪ੍ਰਗਟ ਕਰ ਦਿੱਤਾ ਜਾਂਦਾ, ਉਸ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦਾ ਪਤਾ ਲੱਗ ਜਾਂਦਾ, ਬਲਕਿ ਉਹ ਆਪ ਹੀ ਚਾਨਣ ਵਿੱਚ ਬਦਲ ਜਾਂਦੀ ਹੈ। ਆਪ ਹੀ ਚਾਨਣ ਵਿੱਚ ਬਦਲ ਜਾਂਦੀ। ਇਸ ਲਈ ਕਿਹਾ ਗਿਆ ਹੈ ਸੌਣ ਵਾਲੇ ਜਾਗ ਜੀ ਉੱਠ ਤੇ ਕਿਹਦੇ ਵਿੱਚ ਜੀ ਉੱਠ, ਮੁਰਦਿਆਂ ਵਿੱਚ ਜੀ। ਤੇ ਮਸੀਹ ਤੇਰੇ ਉੱਤੇ ਚਾਨਣ ਕਰੇਗਾ, ਜਾਨੀ ਕਿ ਚਮਕੇ। ਆਮੀਨ ਹਾਲੇਲੂਇਆ। ਉਹ ਬੱਚਿਓ ਹੱਥ ਲਗਾਓ ਸਾਰੇ, ਜਿਹੜਾ ਉੱਠਿਆ ਤਾਂ ਵੇਖ ਲਿਓ। ਅੱਛਾ ਹੁਣ ਅਸੀਂ ਥੋੜਾ ਜਿਹਾ ਮੋਬਾਈਲ ਦੀ ਤਰਜੀਹ ਪੜ੍ਹਦੇ ਹਾਂ ਕਿ ਕੁਛ ਸਿੱਧਾ ਹੈ ਜੋ ਆਰਾਮੀ ਤੇ ਅਬਰਾਨੀ ਭਾਸ਼ਾ ਵਿੱਚ ਬਾਈਬਲ ਆਈ ਹੈ, ਸਿੱਧਾ ਉਹਦੇ ਵਿੱਚ ਉਤਰ ਗਿਆ। ਤੇ ਥੋੜੀ ਜਿਹੀ ਅਸੀਂ ਇਹਦੇ ਉੱਤੇ ਗੌਰ ਕਰਨੀ ਆ। ਪਿਛਲੇ ਐਤਵਾਰ ਤੇ ਪਿਛਲੇ ਐਤਵਾਰ ਮੈਂ ਉੱਥੇ ਸੁਣਾਉਣ ਗਿਆ ਸੀ ਇੱਕ ਸੁਭਾਅ ਦੇ ਉੱਤੇ। ਇਹ ਤਾਂ ਸੁਣਾਉਣ ਗਿਆ ਇੱਕ ਸੁਭਾਅ, ਦੋ ਸੁਭਾਅ ਦੱਸੇ। ਕਿਹੜੇ ਸੁਭਾਅ ਹੈ? ਆਦਮ ਦਾ ਸੁਭਾਅ, ਇੱਕ ਆਦਮ ਦਾ ਸੁਭਾਅ ਤੇ ਦੂਜਾ ਕਿਹੜਾ? ਯਿਸੂ ਮਸੀਹ ਦਾ ਸੁਭਾਅ। ਤਾਂ ਕਿਹੜਾ ਸੁਭਾਅ ਪਸੰਦ ਹੈ? ਕਿੰਨਾ ਨੂੰ ਆਦਮ ਦਾ ਸੁਭਾਅ ਪਸੰਦ ਹੈ? ਆਪਣਾ ਖੜਾ ਕਰਦੇ। ਅੱਛਾ ਕਰੋ। ਤੇ ਹੋਰ ਕਿਹਨਾਂ ਨੂੰ ਯਿਸੂ ਮਸੀਹ ਦਾ ਸੁਭਾਅ ਪਸੰਦ ਹੈ? ਹਾਲੇਲੂਇਆ। ਇਹ ਜਿਹੜਿਆਂ ਨੇ ਬਾਤ ਕਰੀ ਕੀਤੀ ਹੈ ਅੱਜ ਯਿਸੂ ਮਸੀਹ ਦੇ ਵਿੱਚ, ਇਹਨਾਂ ਦਾ ਅੰਦਰ ਇੱਕ ਹਫ਼ਤੇ ਦੇ ਇੱਕ ਮਹੀਨੇ ਦੇ ਵਿੱਚ ਸੁਭਾਅ ਹੈ। ਇਹ ਗਵਾਹੀ ਦੇ ਰਹੀ ਹੈ। ਜਿਨ੍ਹਾਂ ਨੇ ਨਹੀਂ ਬਾਹ ਖੜੀ ਕੀਤੀ ਉਹ ਡਰ ਗਏ ਨੇ, ਉਹਨਾਂ ਨੇ ਟਾਈਮ ਲੱਗਾ। ਹਾਲੇਲੂਇਆ। ਅੱਛਾ ਦੇਖੋ ਅਸੀਂ ਮਤਲਬ ਹੁਣ ਇੱਥੇ ਥੋੜਾ ਜਿਹਾ ਵਚਨ ਦੇਖਦੇ ਹਾਂ। ਬਿਲਾ ਪੜ੍ਹ ਕੇ ਅਤੀਤ ਵਿੱਚ ਹਨੇਰੇ ਨਾਲ ਘਿਰੇ ਹੋਏ ਸੀ। ਅਤੀਤ ਵਿੱਚ, ਅਤੀਤ ਕਿਹਨੂੰ ਕਹਿੰਦੇ ਨੇ? ਅਤੀਤ ਕਹਿੰਦੇ ਨੇ ਪਿਛਲਾ ਸਮਾਂ, ਪੁਰਾਣੀ ਜ਼ਿੰਦਗੀ। ਪੁਰਾਣੀ ਜ਼ਿੰਦਗੀ ਵਿੱਚ ਲਿਖਿਆ ਤੁਸੀਂ ਹਨੇਰੇ ਨਾਲ ਘਿਰੇ ਹੋਏ। ਔਰ ਹੁਣ ਤੁਸੀਂ ਪ੍ਰਭੂ ਵਿਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਹਨਾ ਅਤੀਤ ਵਿੱਚ ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ ਤੇ ਹੁਣ ਤੁਹਾਨੂੰ ਥੋੜੀ ਜਿਹੀ ਗੌਰ ਕਰਨੀ। ਇੱਧਰ ਸਭ ਧਿਆਨ ਕਰੋ। ਪਰਮੇਸ਼ਰ ਦੇ ਵਚਨਾਂ ਉੱਤੇ ਜੇ ਕਿਤੇ ਪਾਣੀ ਮੰਗਣਾ ਤਾਂ ਇਹ ਸਿਆਣੇ ਨੂੰ ਕਹਿਣਾ, ਨਿਆਣੇ ਨੂੰ ਕਹਿਣਾ। ਸਿਆਣੇ ਨੂੰ ਪਾਣੀ ਮੰਗੋ। ਅੱਛਾ ਥੋੜੀ ਜਿਹੀ ਗੌਰ ਕਰਿਓ। ਇੱਧਰ ਮੇਰੇ ਵੱਲ ਖਿਆਲ ਕਰਿਓ ਸਾਰੇ। ਅੱਜ ਇੱਕ ਚੀਜ਼ ਤੇ ਗੌਰ ਕਰਕੇ ਜਾਵਾਂਗੇ ਸਾਰੇ। ਅਤੀਤ ਦਾ ਮਤਲਬ ਹੁੰਦਾ ਹੈ ਪਿਛਲਾ ਜੀਵਨ। ਅਤੀਤ ਵਿੱਚ ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ, ਔਰ ਹੁਣ ਤੁਸੀਂ ਪ੍ਰਭੂ ਵਿਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਹੁਣ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਅੰਦਰ ਰੋਸ਼ਨੀ ਹੈ, ਉਹ ਜਿਹੜੀ ਯਿਸੂ ਮਸੀਹ ਦੇ ਅੰਦਰ ਰੋਸ਼ਨੀ, ਉਹ ਰੋਸ਼ਨੀ ਕਿਹਦੇ ਵਿੱਚ ਆ ਗਈ ਹੈ? ਤੁਹਾਡੇ ਵਿੱਚ ਆ। ਪਹਿਲੇ ਇੱਥੇ ਵੀ ਦੋ ਰੋਸ਼ਨੀਆਂ ਨੇ। ਇੱਕ ਰੋਸ਼ਨੀ ਆ ਸ਼ੈਤਾਨ ਦੀ ਤੇ ਇੱਕ ਰੋਸ਼ਨੀ ਆ ਯਿਸੂ ਮਸੀਹ ਦੀ। ਪਹਿਲਾਂ ਜਿਹੜੀ ਸ਼ੈਤਾਨ ਦੇ ਅੰਦਰ ਰੋਸ਼ਨੀ ਸੀ ਨਾ, ਸ਼ੈਤਾਨ ਦੇ ਅੰਦਰ ਹਨੇਰੇ ਵਾਲੀ ਰੋਸ਼ਨੀ
ਉਹ ਸਾਡੇ ਅੰਦਰ ਸੀ ਪਈ। ਹੁਣ ਬਦਲ ਗਿਆ। ਹੁਣ ਜਿਹੜੀ ਯਿਸੂ ਮਸੀਹ ਦੇ ਅੰਦਰ ਰੋਸ਼ਨੀ ਨਾ ਉਹ ਸਾਡੇ ਅੰਦਰ ਰੋਸ਼ਨੀ ਆ ਗਈ। ਰੋਸ਼ਨੀ ਦਾ ਅਰਥ ਹੁੰਦਾ ਗਿਆਨ। ਪਹਿਲੇ ਅਸੀਂ ਸ਼ੈਤਾਨ ਦੇ ਗਿਆਨ ਨਾਲ ਚੱਲਦੇ ਸੀ, ਹੁਣ ਅਸੀਂ ਕਿਹਦੇ ਨਾਲ ਚੱਲਦੇ ਆ? ਯਿਸੂ ਮਸੀਹ ਦੇ ਗਿਆਨ ਦੇ ਨਾਲ। ਹੁਣ ਸ਼ੈਤਾਨ ਦੇ ਗਿਆਨ 'ਚ ਕੀ ਛੁਪਿਆ ਹੈ? ਝੂਠ, ਚੋਰੀ, ਹੇਰਾ ਫੇਰੀ, ਕਾਮ, ਕ੍ਰੋਧ, ਗੁੱਸਾ, ਨਫ਼ਰਤ, ਹਰ ਭਾਂਤ ਦਾ ਬੁਰਾ ਕੰਮ ਉਹ ਸ਼ੈਤਾਨ ਦੇ ਗਿਆਨ ਦੇ ਵਿੱਚ ਸੀ। ਤੇ ਉਦੋਂ ਆਪਾਂ ਉਸ ਗਿਆਨ ਨਾਲ ਕਰਦੇ ਸੀ, ਉਸ ਗਿਆਨ ਦੇ ਦੁਆਰਾ ਅਸੀਂ ਕਰਦੇ ਸੀ। ਪਰ ਹੁਣ ਕੀ ਆ? ਜਿਹੜੀ ਯਿਸੂ ਮਸੀਹ ਦੇ ਅੰਦਰ ਗਿਆਨ ਆ, ਇਸ ਕਲਾਮ ਦੇ ਅੰਦਰ ਗਿਆਨ ਆ, ਉਹ ਗਿਆਨ ਹੁਣ ਸਾਡੇ ਅੰਦਰ ਆ। ਇਸ ਗਿਆਨ ਦੇ ਵਿੱਚ ਕੀ ਆ? ਨਮਰਤਾ, ਮਠਿਆਸ, ਪਿਆਰ, ਹਮਦਰਦੀ। ਕਿਉਂ? ਅਸੀਂ ਥੋੜਾ ਚੱਲਦੇ ਆ। ਅਸੀਂ ਨਾ ਖਾਸ ਦਾ 2 ਬਾਰ ਦੀ ਪਹਿਲੀ 2 ਐਤ ਪੜ੍ਹਦੇ ਆ ਪਰਮੇਸ਼ਰ ਦੇ ਵਚਨ। ਥੋੜੀ ਜਿਹੀ ਇਹ ਤਦੇ ਪੜ੍ਹਦੇ ਨੇ। ਅੱਛਾ, ਥੋੜੀ ਗੌਰ ਕਰੀਏ। ਪੜ੍ਹ ਗਿਆ ਸੀ 2 ਬਾਰ ਦੀ ਪਹਿਲੀ ਐਤ ਤੋਂ। ਉਹਨੇ ਤੁਹਾਨੂੰ ਵੀ ਉਸਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸੋ ਜਵਾਲਿਆ, ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਅਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸੋ ਜਿਹੜੀ ਹੁਣ ਆਗਿਆਕਾਰ ਪੁੱਤਰਾਂ ਵਿੱਚ ਕਰਦੀ ਆ ਅਸਰ ਕਰ। ਹਾਲੇਲੂਇਆ। ਲਿਖਿਆ ਜਿੱਥੇ ਗੁੱਸਾ, ਨਫ਼ਰਤ, ਈਰਖਾ, ਧੜੇਬਾਜ਼ੀ, ਹਰ ਭਾਂਤ ਦਾ ਘਮਸਾਨ ਹੁੰਦਾ ਹੈ, ਉਹਦੇ ਅੰਦਰ ਸ਼ੈਤਾਨ ਦਾ ਗਿਆਨ ਹੁੰਦਾ। ਉਹਦੇ ਅੰਦਰ ਹਨੇਰਾ ਹੁੰਦਾ, ਉਹਦੇ ਤੇ ਸ਼ੈਤਾਨ ਦਾ ਕਬਜ਼ਾ ਹੁੰਦਾ। ਯਿਸੂ ਮਸੀਹ ਨੇ ਆਪਣਾ ਖੂਨ ਦੇ ਕੇ, ਆਪਣਾ ਲਹੂ ਦੇ ਕੇ ਸਾਨੂੰ ਖਰੀਦ ਲਿਆ ਤੇ ਉਹਨੇ ਸਾਡੇ ਅੰਦਰ ਜਿਹੜੇ ਉਹਦੇ ਆਪਣੇ ਅੰਦਰ ਰੋਸ਼ਨੀ ਸੀ, ਉਹ ਸਾਡੇ ਅੰਦਰ ਰੋਸ਼ਨੀ ਪਿਆਰ ਵਾਲੀ। ਜਿਹੜਾ ਉਹਦੇ ਆਪਣੇ ਅੰਦਰ ਉਹਦੇ ਗਿਆਨ ਸੀ, ਉਹਨੇ ਸਾਡੇ ਅੰਦਰ ਗਿਆਨ ਪਾਤਾ ਤੇ ਇਸ ਹਨੇਰੇ ਦੀ ਰੋਸ਼ਨੀ ਤੋਂ ਸਾਨੂੰ ਦੇ ਦਿੱਤਾ, ਉਹਨੇ ਛੁਟਕਾਰਾ ਦੇ ਦਿੱਤਾ ਤੇ ਬਾਹਰ ਕੱਢ ਲਿਆ। ਅੱਛਾ, ਚੱਲਦੇ 8 ਐਤ ਤੇ ਪੜ੍ਹਦੇ ਪਰਮੇਸ਼ਰ ਦੇ। ਅਤੀਤ ਵਿੱਚ ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ, ਪਰ ਹੁਣ ਤੁਸੀਂ ਪ੍ਰਭੂ ਵਿਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਹਨਾਂ ਲੋਕਾਂ ਵਾਂਗ ਰਹੋ ਜਿਹੜੇ ਰੋਸ਼ਨੀ ਨਾਲ ਸੰਬੰਧ ਰੱਖਦੇ ਹਨ। ਜਿਹੜੇ ਉਹਨੇ ਯਿਸੂ ਮਸੀਹ ਦੇ ਗਿਆਨ ਦੇ ਨਾਲ ਸੰਬੰਧ ਰੱਖਦੇ ਆ, ਸ਼ੈਤਾਨ ਦੇ ਗਿਆਨ ਨਾਲ ਜੇ ਸੰਬੰਧ ਰੱਖਦੇ ਆ ਨਾ, ਉਹਨਾਂ ਨਾਲ ਰਿਸ਼ਤਾ ਨਾਤਾ ਟੁੱਟ ਗਿਆ ਹੁੰਦਾ। ਹਾਲੇਲੂਇਆ। ਉਹਨਾਂ ਨੇ ਵੱਖਰੇ ਹੋ ਗਏ ਆਪਾਂ। ਹੁਣ ਸਾਡੇ ਅੰਦਰ ਜਿਹੜਾ ਇਸ ਬਾਈਬਲ ਦੇ ਵਿੱਚ ਰੋਸ਼ਨੀ ਆ ਤੇ ਜਿਹੜੀ ਯਿਸੂ ਮਸੀਹ ਦੇ ਅੰਦਰ ਰੋਸ਼ਨੀ ਆ, ਉਸ ਰੋਸ਼ਨੀ ਨਾਲ ਸਾਨੂੰ ਭਰ ਦਿੱਤਾ। ਉਸ ਰੋਸ਼ਨੀ ਨਾਲ ਘਿਰੇ ਗਏ। ਫਿਰ ਅੱਗੇ ਜੀ ਰੋਸ਼ਨੀ ਚੰਗਿਆਈ। ਰੋਸ਼ਨੀ ਕੀ ਕਰਦੀ? ਸਾਡੀ ਜ਼ਿੰਦਗੀ ਜਾਣ ਕੇ ਪੈਦਾ ਜਿਹੜਾ ਯਿਸੂ ਮਸੀਹ ਦਾ ਗਿਆਨ ਆ, ਸਭ ਤੋਂ ਪਹਿਲਾਂ ਸਾਡੇ ਅੰਦਰ ਕੀ ਪੈਦਾ ਕਰਦਾ? ਚੰਗਿਆਈ, ਧਰਮੀ ਜੀਵਨ। ਫਿਰ ਉਸ ਤੋਂ ਬਾਅਦ ਸਾਨੂੰ ਕੀ ਬਣਾਉਂਦਾ? ਸਾਡਾ ਧਰਮੀ ਜੀਵਨ ਬਣਾਉਂਦਾ ਅਤੇ ਸੱਚ ਦਿੰਦੀ ਹੈ ਤੇ ਸੱਚਾਈ ਨੂੰ ਜਨਮ ਦਿੰਦੀ। ਤੁਸੀਂ ਦੇਖੋ, ਧਰਮੀ ਹੋਣਾ ਤੇ ਧਰਮੀ ਬਣਨਾ, ਇਹਦੇ ਵਿੱਚ ਬੜਾ ਕੀ ਹੁੰਦਾ ਹੈ? ਅੰਤਰ। ਧਰਮੀ ਬਣਨਾ ਕਿੰਨਾ ਮਤਲਬ। ਇੱਕ ਵਾਰ ਇੱਕ
CPM ਦਾ ਪਾਸਟਰ ਸੀ, ਸਲਾਉਣ ਬਾਈ ਵਿਕਾਸ ਮਿਸ਼ਨ ਦਾ ਪਾਸਟਰ ਡੇਵਿਡ ਰੋਮੀ ਦੀ ਮਾਸੀ ਦੇ ਮਤਲਬ ਆਪਣੇ ਘਰ ਦੇ ਵਿੱਚ ਆਪਣੇ ਘਰ ਦਾ ਉਦਘਾਟਨ ਕਰਾਇਆ। ਸਾਨੂੰ ਵੀ ਦਾਵਤ ਦਿੱਤੀ, ਅਸੀਂ ਉੱਥੇ ਗਏ ਤੇ ਕਈ ਵਾਰ ਉੱਥੇ 200-300-400 ਜੀ ਉਸ ਘਰ ਵਿੱਚ ਪਹੁੰਚਿਆ। ਅਸੀਂ ਪਿੱਛੇ ਕੁਰਸੀ ਲਾ ਕੇ ਮੈਂ ਬੈਠਾ ਹੋਇਆ ਸੀ ਤੇ ਉਹ ਪਰਮੇਸ਼ਰ ਦਾ ਸੇਵਕ ਬੜੀ ਗਹਿਰਾਈ ਦੇ ਨਾਲ ਖੁਦਾ ਦਾ ਕਲਾਮ ਸੁਣਾ ਰਿਹਾ। ਉਹ ਧਰਮੀ ਬੰਦ ਦੀ ਗੱਲ ਦੱਸਣ ਲੱਗਾ ਕਿ ਧਰਮੀ ਬਣਨਾ ਚਾਹੁੰਦਾ ਕਿ ਸਿਰਫ ਇੱਕ ਦਿਨ ਤੇ 1000 ਰੁਪਇਆ ਲੱਗਦਾ। ਉਹ ਕਹਿੰਦੇ ਕਿ 500 ਰੁਪਏ ਦਾ ਤੁਸੀਂ ਵਾਈਟ ਸੂਟ ਲੈ ਆਓ ਤੇ 200 ਰੁਪਏ ਦੀ ਸਵਾਈ ਦੇ ਦਿਓ ਤੇ 300 ਰੁਪਏ ਤੁਸੀਂ ਬਾਈਬਲ ਖਰੀਦ ਲਓ ਤੇ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਜਲਦੀ ਆਪਣੀ ਇੱਕ ਨਾ ਬਾਈਬਲ ਲੈ ਕੇ ਤੁਰੇ ਜਾਓ ਤੇ ਸਾਰੇ ਲੋਕਾਂ ਨੇ ਕਹਿਣਾ ਕੌਣ ਬੰਦਾ ਜਾਣ ਗਿਆ ਕੌਣ ਜਾਣ ਗਿਆ। ਕਹਿੰਦੇ ਕਿ ਸਾਰਿਆਂ ਨੇ ਧਰਮੀ ਆ ਆਂਦੇ ਕਿ ਧਰਮੀ ਬਣਨ ਦੀਆਂ ਜ਼ਿਆਦਾ ਟਾਈਮ ਨਹੀਂ ਲੱਗਦਾ। 1000 ਰੁਪਏ ਦਾ ਬੰਦਾ ਧਰਮੀ ਬਣਦਾ, ਪਰ ਉਸ ਤੋਂ ਬਾਅਦ ਧਰਮੀ ਬਣ ਕੇ ਆਪਣੇ ਚ ਧਾਰਮਿਕਤਾ ਵਿਖਾਣਾ ਲੱਗਿਆ ਕਈ ਹਜ਼ਾਰਾਂ ਸਾਲ ਕਈ ਸਾਲ ਲੱਗ ਜਾਂਦੇ, ਕਈ ਸਾਲ ਘੁੱਟਨੇ ਟੇਕਣੇ ਪੈਂਦੇ ਨੇ, ਕਈ ਸਾਲ ਆਂਸੂ ਆਣੇ ਪੈਂਦੇ ਨੇ, ਕਈ ਸਾਲ ਵਰਤ ਰੱਖਣੇ ਪੈਂਦੇ ਨੇ, ਕਈ ਸਾਲ ਅਗਵਾਈ ਦੇਣੀ ਪੈਂਦੀ ਆ ਤੇ ਫਿਰ ਜਾ ਕੇ ਬੰਦਾ ਧਰਮੀ ਬਣ ਕੇ ਧਰਮੀ ਵਿਖਾਲਦਾ ਹੈ। ਉਹ ਬੜਾ ਟਾਈਮ ਲੱਗਦਾ। ਇਸ ਕਰਕੇ ਬਾਈਬਲ ਦੇ ਵਿੱਚ ਲਿਖਿਆ ਧਰਮੀ ਬਣਨਾ ਕੋਈ ਔਖਾ ਨਹੀਂ ਹੈ, ਪਰ ਧਾਰਮਿਕਤਾ ਦਾ ਖਾਸੀ ਬੜੀ ਔਖੀ ਲੱਗਦੀ, ਕਿਉਂਕਿ ਧਰਮੀ ਬਣਨ ਤੋਂ ਬਾਅਦ ਬੜੇ ਦੁੱਖ ਸਹਿਣੇ ਪੈਂਦੇ ਨੇ, ਕੋਰੜੇ ਸਹਿਣੇ ਪੈਂਦੇ ਨੇ, ਕੰਡਿਆਂ ਦੀ ਮਾਰ ਸਹਿਣੀ ਪੈਂਦੀ ਆ, ਮੂੰਹ ਤੇ ਠਿਕਾਣਾ ਪੈਂਦਾ ਆ, ਹੱਥਾਂ ਵਿੱਚ ਕਿਲ ਠੁਕਾਉਣੇ ਪੈਂਦੇ ਨੇ, ਪਸਲੀ ਜੇ ਨੇਜਾ ਖਾਣਾ ਪੈਂਦਾ ਆ, ਬੜੇ ਬੇਇੱਜ਼ਤੀ ਕਰਾਣੀ ਪੈਂਦੀ ਆ, ਕੱਪੜੇ ਉਤਾਰਨੇ ਪੈਂਦੇ। ਅਸੀਂ ਪਿਛਲੇ ਵਾਰ ਗੀਤ ਗਾ ਰਹੇ ਹਾਂ, ਪਿਆਰ ਪਿਛੇ ਪੈਂਦੀ ਆ ਤੁਹਾਨੂੰ ਪਤਾ ਨਾ ਜੇ ਕਮਰਦੀ ਨਾਮ ਦਾ ਯਿਸੂ ਮਸੀਹ ਦਾ ਚੇਲਾ ਹੈ ਤੇ ਜਦੋਂ ਰੋਮੀ ਸਰਕਾਰ ਨੇ ਫੜਿਆ ਤੁਹਾਨੂੰ ਕਹਿੰਦੇ ਜੀ ਤੂੰ ਯਿਸੂ ਮਸੀਹ ਮੰਨਦਾ, ਕਹਿੰਦਾ ਜੀ ਮੈਂ ਯਿਸੂ ਮਸੀਹ ਮੰਨਦਾ। ਕਹਿੰਦੇ ਯਿਸੂ ਮਸੀਹ ਨੂੰ ਛੱਡ ਦੇ, ਕਹਿੰਦਾ ਨਹੀਂ ਮੈਂ ਤਾਂ ਸੇਵਕ ਹਾਂ, ਮੈਂ ਛੱਡ ਨਹੀਂ ਸਕਦਾ। ਕਹਿੰਦੇ ਨਹੀਂ ਛੱਡਣਾ, ਕਹਿੰਦੇ ਨਹੀਂ ਛੱਡਣਾ। ਇਤਿਹਾਸ ਦੀ ਕਿਤਾਬ ਵਿੱਚ ਲਿਖਿਆ ਕੋਈ ਰੱਤਾ ਉੱਪਰ ਬੰਨ ਦਿੱਤੀ ਇਸ ਤਰ੍ਹਾਂ ਦੋਵਾਂ ਸਿੱਖਾਂ ਦਾ ਵੀ ਰੱਤਾ ਬੰਨ ਕੇ ਇੱਕ ਆਦਮੀ ਨੂੰ ਬੁਲਾਇਆ। ਉਸ ਆਦਮੀ ਨੇ ਕਿਹਾ ਕਿ ਪੈਰਾਂ ਵਾਲੇ ਪਾਸੇ ਵੀ ਖਾਂਦੇ ਦੇ ਸ਼ੁਰੂ ਕਰ ਦੇ, ਉਹਦੀ ਇੱਕ ਚਮੜੀ ਲਾਉਣੀ ਸ਼ੁਰੂ ਕਰ ਦਿੱਤੀ। ਕਹਿੰਦੇ ਹੁਣ ਛੱਡ ਦੇ, ਕਹਿੰਦਾ ਨਹੀਂ ਮੈਂ ਯਿਸੂ ਮਸੀਹ ਨੂੰ ਕਬੂਲ ਕੀਤਾ। ਉਹ ਕਹਿੰਦੇ ਵੀ ਹੁਣ ਛੱਡ ਦੇ, ਕਹਿੰਦੇ ਤੁਸੀਂ ਖਾਲਬ ਨਹੀਂ ਘੇਰ ਸਕਦੇ ਜੇ, ਮੇਰੀ ਮੌਤ ਕਰ ਸਕਦੇ ਜੇ, ਪਰ ਮੇਰੇ ਦਿਲ ਵਿੱਚੋਂ ਮੇਰਾ ਯਿਸੂ ਮਸੀਹ ਕਦੀ ਬਾਹਰ ਕੱਢ ਪਿਆਰ ਪਿੱਛੇ ਪੈਂਦੀ ਆ ਖਾਲਬ ਦੀ ਉਹਦੀ। ਜਦੋਂ ਯਿਸੂ ਮਸੀਹ ਦੇ ਨਾਲ ਜ਼ਿੰਦਗੀ ਜੁੜ ਜਾਂਦੀ ਆ ਨਾ ਤੇ ਫਿਰ ਜਿਹੜੀ ਖਾਲਬ ਸਾਰੀ ਉਤਾਰਨੀ ਪੈ ਜਾਂਦੀ। ਇਸ ਕਰਕੇ ਅੱਗੇ ਆਪਾਂ ਚੱਲਦੇ ਹਾਂ, ਫਿਰ ਆਪਾਂ ਵਿਸ਼ੇ ਦੇ ਵਚਨ ਤੇ ਸਿੱਖਣ ਦੀ ਕੋਸ਼ਿਸ਼ ਕਰੋ। ਤੇ ਕੀ ਕਰੋ ਤੁਸੀਂ? ਸਿੱਖਣ ਦੀ ਕੋਸ਼ਿਸ਼ ਕਰੋ। ਇਹ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ। ਹੁਣ ਇੱਥੇ ਦੇਖੋ ਕਿ ਤੁਹਾਡੇ ਅੰਦਰ ਜਦੋਂ ਰੋਸ਼ਨੀ ਆ ਗਈ ਆ ਨਾ, ਗਿਆਨ ਦੀ ਰੋਸ਼ਨੀ ਆ ਗਈ, ਯਿਸੂ ਮਸੀਹ ਦੇ ਅੰਦਰ ਰੋਸ਼ਨੀ ਸੀ ਨਾ, ਉਹ ਤੁਹਾਡੇ ਅੰਦਰ ਰੋਸ਼ਨੀ ਆ ਗਈ ਹੈ। ਹੁਣ ਸਿੱਖਣ ਦੀ ਕੋਸ਼ਿਸ਼ ਕਰੋ ਕਿ ਯਿਸੂ ਮਸੀਹ ਨੂੰ ਤੁਹਾਡੀ ਜ਼ਿੰਦਗੀ ਵਿੱਚ ਉਹ ਕਿਹੜੀਆਂ ਗੱਲਾਂ ਪਸੰਦ ਕਰ ਸਕਦੇ, ਖੁਸ਼ ਕਰ ਸਕਦੇ। ਸਿੱਖੋ ਬੈਠੋ। ਕੌਣ ਕਹਿੰਦਾ? ਮੈਂ ਨਹੀਂ ਕਹਿੰਦਾ। ਹਾਲੇਲੂਇਆ ਹਾਲੇਲੂਇਆ। ਕੌਣ ਕਹਿੰਦਾ? ਪ੍ਰਭੂ ਯਿਸੂ। ਮਤੀ ਦੀ ਇੰਜੀਲ ਉਸਦਾ 11 ਬਾਬ ਦੀ 30 ਆਇਤ ਤੋਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ। ਮਤੀ ਦੀ ਇੰਜੀਲ ਉਸਦਾ 11 ਬਾਬ ਉਹਦੀ 30 ਆਇਤ, ਜਿੱਥੋਂ ਤੁਹਾਡੀ ਜ਼ਿੰਦਗੀ ਵਿੱਚ ਰੋਸ਼ਨੀ ਜਗੀ, ਜਿਹੜੀ ਯਿਸੂ ਮਸੀਹ ਦੇ ਅੰਦਰ ਰੋਸ਼ਨੀ ਸੀ, ਉਹ ਤੁਹਾਡੇ ਅੰਦਰ ਰੋਸ਼ਨੀ ਆ ਗਈ ਹੈ। ਉਹ ਰੋਸ਼ਨੀ ਨੇ ਤੁਹਾਨੂੰ ਚੰਗਿਆਈ ਦਿੱਤੀ ਆ, ਉਸ ਰੋਸ਼ਨੀ ਨੇ ਤੁਹਾਨੂੰ ਜੀਵਨ ਤੇ ਧਾਰਮਿਕਤਾ ਦਿੱਤੀ ਆ, ਉਸ ਰੋਸ਼ਨੀ ਨੇ ਤੁਹਾਡੇ ਅੰਦਰ ਸੱਚਾਈ ਪੈਦਾ ਕਰ ਦਿੱਤੀ ਆ। ਬਾਈਬਲ 'ਚ ਲਿਖਿਆ ਨਾ, ਇਸ ਕਰਕੇ ਉਹਦੇ ਵਿੱਚ ਸੱਚਾਈ ਹੈ ਹੀ ਨਹੀਂ ਸੀ। ਝੂਠਾ ਕੀ ਆ ਪਰ ਅੰਦਰ ਆ ਝੂਠੀਆਂ। ਪਹਿਲੇ ਸਾਡੇ ਅੰਦਰ ਜਿਹੜੀ ਪਹਿਲੇ ਰੂਹ ਜਿਹੜੀ ਜਿਸ ਰੂਹ ਨਾਲ ਅਸੀਂ ਚੱਲਦੇ ਆ ਨਾ, ਉਹ ਸ਼ੈਤਾਨ ਦਾ ਗਿਆਨ ਸੀ ਸਾਡੇ ਅੰਦਰ। ਪਹਿਲਾਂ ਅਸੀਂ ਉਹਦੇ ਨਾਲ ਚੱਲਦੇ ਸੀ।
ਹੁਣ ਨਹੀਂ ਉਹਦੇ ਨਾਲ ਚੱਲ ਰਿਹਾ। ਅੱਛਾ ਕੀ ਸਿੱਖੋ ਬੈਠੋ ਕਿਉਂਕਿ ਮੇਰਾ ਜੂੜਾ ਸੁਖਾਲਾ ਹੈ ਮੇਰਾ ਚੁੱਲਾ ਹੋਣਾ ਹੈ ਮੇਰਾ ਪਾਲ ਹਲਕਾ ਹੈ। ਮੇਰਾ ਭਾਰ ਹਲਕਾ ਹੈ। ਹਾਂਜੀ ਤੁਝੇ ਤਾਂ ਨਹੀਂ ਪੜ੍ਹਨੀ ਮੇਰਾ ਜੂੜਾ ਆਪਣੇ ਨਦੀ ਆਤੀ ਹੈ। ਹਾਂਜੀ ਹਾਂ ਹਾਂ ਮੇਰਾ ਜੂੜਾ ਆਪਣੇ ਉੱਤੇ ਲੈ ਲਓ ਮੇਰਾ ਚੁੱਲਾ ਆਪਣੇ ਉੱਤੇ ਲੈ ਲਓ ਅਤੇ ਮੇਥੋਂ ਸਿੱਖੋ ਮੇਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ। ਹਾਲੇਲੂਇਆ। ਇਹ ਪਸੰਦ ਹੈ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਜੇ ਤੋਂ ਖੁਸ਼ ਹੁੰਦਾ ਜਿਹਦੇ ਤੋਂ ਖੁਦਾ ਖੁਸ਼ ਹੁੰਦਾ ਵੀ ਸਫਰ ਵਿੱਚ ਤੁਰੇ ਜਾ ਰਹੇ ਜੇ ਉਹ ਕਹਿੰਦਾ ਉਤੋਂ ਮੇਰਾ ਮਨ ਖੁਸ਼ ਹੈ। ਕਿਉਂ ਮੇਰੇ ਤੋਂ ਸਿੱਖੋ ਉਤੋਂ ਵੀ ਪੜ੍ਹ ਕੇ ਆਇਆ ਤੁਸੀਂ ਨਵਾਂ ਤੋਂ ਹਾਲੇਲੂਇਆ ਹਾਲੇਲੂਇਆ ਤੁਸੀਂ ਨਾ ਬੋਲੋ ਹਾਲੇਲੂਇਆ। ਅੱਜ ਆਪਣੇ ਅੰਦਰ ਜਿਹੜੀ ਯਿਸੂ ਮਸੀਹ ਦੇ ਅੰਦਰ ਰੋਸ਼ਨੀ ਆ ਉਹ ਰੋਸ਼ਨੀ ਅੱਜ ਤੁਸੀਂ ਇੱਥੋਂ ਜਗਾ ਕੇ ਜਾਣਾ ਹੈ। ਆਪਣੇ ਅੰਦਰ ਜਗਾਓ ਮੇਰੇ ਤੋਂ ਸਿੱਖੋ ਮੈਂ ਮਨ ਦਾ ਕੋਮਲ ਆ ਤੇ ਦਿਲ ਦਾ ਕੀ ਆ ਮੈਂ ਹਲੀ। ਇਹ ਚੀਜ਼ ਮੈਨੂੰ ਪਸੰਦ ਕਰਦੀ ਆ ਜਿਹੜੇ ਵਿਸ਼ਵਾਸੀ ਦੇ ਅੰਦਰ ਇਹ ਰੋਸ਼ਨੀ ਲੱਗਦੀ। ਹੁਣ ਕਈ ਲੋਕ ਨੇ ਮਨ ਦੇ ਕਠੋਰ ਨੇ। ਇੱਥੇ ਬਾਈਬਲ ਵਿੱਚ ਲਿਖਿਆ ਮਨ ਦਾ ਕੋਮਲ ਜਿਹੜਾ ਮਨ ਦਾ ਹਲੀਮ ਬੰਦਾ ਹੈ ਮਨ ਵਿੱਚ ਸ਼ਾਂਤੀ ਆ ਮਨ ਦਾ ਹਲੀਮ ਆ ਜਿਹਦੇ ਅੰਦਰ ਖੁਸ਼ੀ ਆ ਪਿਆਰ ਆ ਉਹ ਤੋਂ ਖੁਦਾ ਖੁਸ਼ ਹੈ। ਜਿਹਦਾ ਮਨ ਕਠੋਰ ਆ ਗੁੱਸਾ ਨਫ਼ਰਤ ਆ ਉਹ ਤੋਂ ਪਰਮੇਸ਼ਰ ਦੀ ਖੁਸ਼ ਹੈ। ਉਹ ਆਪ ਹੈ ਖੁਸ਼ ਹੋ ਤੁਹਾਡਾ ਰੱਬ ਹੀ ਖੁਸ਼ ਹੈ ਤੁਹਾਡੀ ਜ਼ਿੰਦਗੀ ਤੋਂ। ਤੁਹਾਡੇ ਪਿੱਛੇ ਆਵਾਜ਼ ਨਹੀਂ ਆਏਗੀ ਇਹ ਮੇਰਾ ਪਿਆਰਾ ਪੁੱਤਰ ਜਿਸ ਤੋਂ ਜੀਵ ਮੇਰਾ ਕੀ ਹੈ ਆਪ ਉੱਥੇ ਚੱਲਦੇ ਆ। ਇਸ ਕਰਕੇ ਸਿੱਖੋ ਮੈਥੋਂ ਮੈਂ ਕੋਮਲਿਆ ਮੰਨਦਾ ਸਿੱਖਣ ਦੀ ਕੋਸ਼ਿਸ਼ ਕਰੋ ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪਸੰਦ ਹੈ। ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਖੁਦਾ ਕਿਹੜੀ ਗੱਲ ਤੋਂ ਖੁਸ਼ ਹੁੰਦਾ ਹੈ। ਅਜਿਹੀਆਂ ਗੱਲਾਂ ਨਾ ਕਰੋ ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਉਹ ਲੋਕ ਕਰਦੇ ਹਨ ਜਿਹੜੀਆਂ ਉਹ ਕਰਦੇ ਹਨ। ਜਿਹੜੇ ਹਨੇਰੇ ਵਿੱਚ ਹਨ। ਇਹ ਗੱਲਾਂ ਕੌਣ ਕਰਦੇ ਨੇ ਲੋਕ ਜਿਨ੍ਹਾਂ ਵਿੱਚ ਉਹਦਾ ਗਿਆਨ ਆ ਉਹਦਾ ਗਿਆਨ ਨਹੀਂ। ਕਿਉਂ ਪਰਮੇਸ਼ਰ ਕੀ ਦਿੰਦਾ ਆਪਣੇ ਲੋਕਾਂ ਨੂੰ ਸਭ ਤੋਂ ਪਹਿਲਾਂ ਬੁੱਧ ਦਿੰਦਾ ਫਿਰ ਉਸ ਤੋਂ ਬਾਅਦ ਸਮਝ ਦਿੰਦਾ ਤੇ ਫਿਰ ਆਨੰਦ ਦਿੰਦਾ। ਥੋੜਾ ਦੇਖਦੇ ਹਾਂ ਉਪਦੇਸ਼ਕ ਦੀ ਪੱਤਰੀ ਮਾਫ ਕਰਨਾ ਉਪਦੇਸ਼ਕ ਦੀ ਕਿਤਾਬ ਉਸ ਦਾ 2 ਬਾਤ ਦੀ ਲਾਸਟ ਚੈਪਟਰ ਪੜ੍ਹਦੇ। ਇਸ ਕਰਕੇ ਜਦੋਂ ਤੁਹਾਡੇ ਅੰਦਰ ਯਿਸੂ ਮਸੀਹ ਦੀ ਜਿਹੜੀ ਅੰਦਰ ਰੋਸ਼ਨੀ ਆ ਨਾ ਉਹ ਤੁਹਾਡੇ ਅੰਦਰ ਜਦੋਂ ਰੋਸ਼ਨੀ ਆ ਜਾਵੇਗੀ ਉਹ ਰੋਸ਼ਨੀ ਤੁਹਾਡੇ ਵਿੱਚ ਉਹ ਗਿਆਨ ਜੋ ਤੁਹਾਡੇ ਅੰਦਰ ਆ ਜਾਏਗਾ ਉਸ ਗਿਆਨ ਦੇ ਨਾਲ ਤੁਹਾਨੂੰ ਕੀ ਮਿਲੇਗਾ। ਜਿਸ ਬੰਦੇ ਨਾਲ ਦੇ ਨਾਲ ਉਹ ਪ੍ਰਸੰਨ ਹੈ ਉਹ ਖੁਸ਼ ਹੈ ਪਰਮੇਸ਼ਰ ਉਸ ਨੂੰ ਸਿਆਣਪ ਪਰਮੇਸ਼ਰ ਉਸ ਨੂੰ ਸਿਆਣਪ ਗਿਆਨ ਅਤੇ ਖੁਸ਼ੀ ਦਿੰਦਾ ਹੈ। ਖੁਸ਼ੀ ਦਿੰਦਾ ਹੈ। ਹਾਲੇਲੂਇਆ। ਜਿਹਦੇ ਤੋਂ ਖੁਦਾ ਕੀ ਹੈ ਖੁਸ਼ ਹੈ ਪ੍ਰਸੰਨ ਹੈ ਜਿਹਦੇ ਤੋਂ। ਅੱਛਾ ਐਤ ਜੀ ਪੜ੍ਹਦੇ ਆ 2 ਬਾਤ ਦੀ ਲਾਸਟ ਹੈ। ਪਰਮੇਸ਼ਰ ਉਸ ਮਨੁੱਖ ਨੂੰ ਪਰਮੇਸ਼ਰ ਉਸ ਮਨੁੱਖ ਤੋਂ ਜੋ ਉਸ ਨੂੰ ਖੁਸ਼ ਰੱਖਦਾ ਹੈ ਜਿਹੜਾ ਉਸ ਨੂੰ ਖੁਸ਼ ਰੱਖਦਾ ਹੈ ਬੁੱਧੀ ਉਹਨੂੰ ਬੁੱਧੀ ਸਮਝ ਅਤੇ ਆਨੰਦ ਦਿੰਦਾ ਹੈ। ਆਨੰਦ ਦਿੰਦਾ ਹੈ। ਪਰ ਪਾਪੀ ਤੋਂ ਕਠਿਨ ਮਿਹਨਤ ਕਰਵਾਉਂਦਾ ਹੈ ਪਾਪੀ ਤੋਂ ਕਠਿਨ ਮਿਹਨਤ ਕਰਾਉਂਦਾ ਹੈ ਅਤੇ ਸੰਪਤੀ ਇਕੱਠੀ ਕਰਾਉਂਦਾ ਹੈ ਹਨਾ ਸੰਪਤੀ ਇਕੱਠੀ ਕਰਾਉਂਦਾ ਹੈ ਜੋ ਅੰਤ ਵਿੱਚ ਉਸ ਨੂੰ ਖੁਸ਼ ਕਰਨ ਵਾਲੇ ਨੂੰ ਮਿਲ ਜਾਂਦੀ ਹੈ। ਹਾਲੇਲੂਇਆ। ਅੱਛਾ ਇੱਥੋਂ ਪੜ੍ਹੋ ਤੁਸੀਂ ਜੋ ਪਰਮੇਸ਼ਰ ਉਸ ਆਦਮੀ ਨੂੰ ਜੋ ਉਸ ਦੀ ਦ੍ਰਿਸ਼ਟੀ ਵਿੱਚ ਭਲਾ ਹੈ ਜੋ ਇਸ ਸਥਿਤੀ ਵਿੱਚ ਭਲਾ ਹੈ ਉਸ ਦਾ ਤੇ ਗਿਆਨ ਬੁੱਧ ਗਿਆਨ ਅਤੇ ਆਨੰਦ ਦਿੰਦਾ ਹੈ। ਪਾਪੀ ਨੂੰ ਦੁੱਖ ਦਿੰਦਾ ਪਾਪੀ ਹੈ ਨੂੰ ਕੀ ਦਿੰਦਾ ਦੁੱਖ ਦਿੰਦਾ ਹੈ। ਉਹ ਜੋ ਇਕੱਠਾ ਕਰਕੇ ਇਕੱਠਾ ਕਰਕੇ ਜੋੜ ਕੇ ਉਸ ਨੂੰ ਦੇਵੇ ਉਸ ਨੂੰ ਕੀ ਕਰ ਦਿੰਦਾ ਦੇ ਦਿੰਦਾ। ਜਿਹੜਾ ਪਰਮੇਸ਼ਰ ਨੂੰ ਭਾਉਂਦਾ ਹੈ ਹਾਲੇਲੂਇਆ। ਹਾਲੇਲੂਇਆ। ਆਮੀਨ। ਅੱਛਾ ਜਿਹੜਾ ਰੱਬ ਨੂੰ ਖੁਸ਼ ਰੱਖਦਾ ਨਾ ਤੇ ਰੱਬ ਦੀ ਇੱਛਾ ਅਨੁਸਾਰ ਚੱਲਦਾ ਤੇ ਉਹਦੇ ਅੰਦਰ ਯਿਸੂ ਮਸੀਹ ਦਾ ਗਿਆਨ ਉਹਦੇ ਅੰਦਰ ਆ ਜਾਂਦਾ। ਜਿਹੜਾ ਯਿਸੂ ਮਸੀਹ ਦੇ ਅੰਦਰ ਗਿਆਨ ਸੀ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਬੁੱਧ ਦਿੰਦਾ ਫਿਰ ਉਸ ਤੋਂ ਬਾਅਦ ਉਹਨੂੰ ਸਮਝ ਦਿੰਦਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਆਨੰਦ ਦਿੰਦਾ। ਹਾਲੇਲੂਇਆ। ਖੁਸ਼ ਰੱਖਦਾ ਪਰਮੇਸ਼ਰ। ਇੱਕ ਅਜ਼ੀਜ਼ ਆ ਗਿਆ ਫਿਰ ਕਹਿੰਦਾ ਜੀ
ਉਹ ਬੰਦਾ ਤੁਹਾਡੇ ਖਿਲਾਫ ਬੜਾ ਬੋਲਦਾ। ਮੈਂ ਚੱਲ ਕੋਈ ਗੱਲ ਨਹੀਂ, ਉਹਦੇ ਖਿਲਾਫ ਹੀ ਬੋਲਣਾ ਸਕਦਾ। ਮੈਂ ਚੁੱਪ ਕਰ ਰਿਹਾ ਕਿ ਤੁਸੀਂ ਕੋਈ ਕਿਹਾ ਨਹੀਂ। ਮੈਂ ਕਿਹਾ ਵੀ ਉਹਦੇ ਵਿੱਚ ਸ਼ੈਤਾਨ ਦਾ ਗਿਆਨ ਆ ਤੇ ਸਾਡੇ ਵਿੱਚ ਇਹਦਾ ਗਿਆਨ ਆ ਗਿਆ। ਜਿਹੜਾ ਯਿਸੂ ਮਸੀਹ ਦੇ ਅੰਦਰ ਗਿਆਨ ਸੀ ਉਹ ਸਾਡੇ ਵਿੱਚ ਆ ਗਿਆ। ਉਹ ਟੇਢਾ ਬੋਲ ਸਕਦਾ ਕਿ ਉਹਦੇ ਤੋਂ ਟੇਢਾ ਰੂਪ ਆ, ਪਰ ਅਸੀਂ ਟੇਢਾ ਆਪਣੇ ਮੂੰਹ 'ਚ ਕਦੀ ਬੋਲ ਨਹੀਂ ਸਕਦੇ। ਇਹ ਪੁੱਤਰ ਬਾਈਬਲ ਵਿੱਚ ਲਿਖਿਆ। ਅਸੀਂ ਟੇਢਾ ਨਹੀਂ ਬੋਲ ਸਕਦੇ, ਉਹ ਟੇਢਾ ਬੋਲ ਸਕਦਾ। ਸਾਡੇ ਅੰਦਰ ਟੇਢਾ ਬੋਲਣ ਦੀ ਤਾਕਤ ਹੈ। ਕਿਉਂ? ਇਹ ਜਿਹੜਾ ਗਿਆਨ ਹੈ ਨਾ, ਇਹ ਗਿਆਨ ਬੜਾ ਔਖਾ ਪ੍ਰਾਪਤ ਕੀਤਾ। ਦੇਖੋ ਹੰਨਾ ਜਿਹੜੀ ਸੀ ਨਾ, ਜਿੰਨਾ ਤੱਕ ਉਸਦੇ ਦਿਲ ਵਿੱਚ ਕੜਵਾਹਟ ਰਿਹਾ, ਗੁੱਸਾ ਰਿਹਾ, ਨਫ਼ਰਤ ਲਈ, ਝਗੜਾ ਰਿਹਾ, ਗੜਬੜ ਰਹੀ ਉਹਦੀ ਜ਼ਿੰਦਗੀ ਵਿੱਚ, ਉਹਦੀ ਗੜਬੜ ਦੇ ਕਾਰਨ ਖੁਦਾ ਦੀ ਕੋਫੀ ਕਰ ਦਿੱਤੀ, ਬੰਦ ਕਰ ਦਿੱਤੀ। ਉੱਚੀ ਗੱਲ ਬੋਲੋ ਹਾਲੇਲੂਇਆ। ਉਹਦੀ ਮੁੱਖ ਬੰਦ ਹੋ ਗਈ। ਪਰਮੇਸ਼ਰ ਦੀ ਬਾਣੀ ਵਿੱਚ ਲਿਖਿਆ, ਜਿੱਦਣ ਉਹਨੇ ਸਾਰਾ ਕੁਝ ਮੁਕਾ ਦਿੱਤਾ, ਸਭ ਕੁਝ ਮੁਕਾ ਦਿੱਤਾ, ਉਦੋਂ ਫੈਸਲਾ ਕਰ ਲਿਆ ਅੱਜ ਮੈਂ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਗੁੱਡੇ ਟੇਕ ਕੇ ਦੁਆ ਕਰ। ਉਦੋਂ ਨੇ ਦੁਆ ਕੀਤੀ। ਜਦੋਂ ਉਹਨੇ ਦੁਆ ਕੀਤੀ ਨਾ ਤੇ ਦੁਆ ਉਹਦੀ ਲੰਬੀ ਹੋ ਗਈ ਥੋੜੀ। ਕਿੰਨੀ ਲੰਬੀ ਹੋ ਗਈ ਦੁਆ ਦੀ? ਸਾਰੇ ਲੋਕ ਹਾਲੇਲੂਇਆ। ਹਾਲੇਲੂਇਆ। ਉੱਚੀ ਨਾ ਬੋਲੋ ਹਾਲੇਲੂਇਆ। ਹਾਲੇਲੂਇਆ। 5 ਘੰਟੇ ਦੀ ਦੁਆ ਉਹਦੀ ਹੋ ਗਈ। ਗੱਲਾਂ ਨਹੀਂ ਬੱਚੇ ਕਰਦੀ, ਤਾਂ ਧਿਆਨ ਕਰੋ। 5 ਘੰਟੇ ਦੀ ਉਹਦੀ ਦੁਆ ਹੋ ਗਈ। ਜਿਹੜਾ ਉੱਥੇ ਬੈਠਾ ਰੱਬ ਦਾ ਸੇਵਕੀ ਨਾ, ਪੁਰਾਣੇ ਸਮੇਂ ਦੇ ਵਿੱਚ ਤੇ ਹੁਣ ਵੀ ਜਿਹੜੀਆਂ ਯਹੂਦੀ ਔਰਤਾਂ ਹੀ ਨਾ, ਉਹ ਸ਼ਰਾਬ ਪੀਂਦੀਆਂ, ਅੱਜ ਵੀ ਪੀਂਦੀਆਂ। ਅੱਜ ਵੀ ਮਤਲਬ ਜਿਹੜੇ ਯਹੂਦੀ ਨੇ ਬੜੇ ਬੜੇ ਵੱਡੇ ਕਲਮਾਂ ਵਿੱਚ ਜਾ ਕੇ ਔਰਤਾਂ ਮਰਦੇ ਜਿਹੜੇ ਸ਼ਰਾਬਾਂ ਪੀਂਦੇ। ਤਾਂ ਕਰਕੇ ਤੀਮੋਥੀਉਸ ਨੇ ਆਪਣੇ ਵਚਨ ਵਿੱਚ ਕਿਹਾ, ਨਏ ਆਦਮੀ ਦੇ ਵਿੱਚ ਔਰ ਉਸ ਰਸੂਲ ਨੇ ਤੀਮੋਥੀਉਸ ਨੂੰ ਕਿਹਾ ਕਿ ਹੱਥ ਲਿਖਿਆ, ਜਿਹੜੀਆਂ ਬੀਬੀਆਂ ਪ੍ਰਭੂ ਦੀ ਸੇਵਾ ਵਾਸਤੇ ਨਿਕਲਦੀਆਂ ਨੇ, ਪਹਿਲੀ ਗੱਲ ਉਹ ਸੁੰਦਰ ਹੋਣ, ਸਤਵੰਤੀਆਂ ਹੋਣ, ਆਪਣੇ ਪਤੀਆਂ ਦੇ ਅਧੀਨ ਹੋਣ। ਫਿਰ ਲਿਖਿਆ ਉਹ ਬੀਬੀਆਂ ਮੈਲ ਜਾਂ ਸ਼ਬੀਰ ਜਾਂ ਕੋਈ ਸ਼ਰਾਬ ਪੀਂਦੀਆਂ ਸੀ। ਨਏ ਨਿਯਮ ਦੇ ਵਿੱਚ ਸ਼ਰਾਬ ਦਾ ਜ਼ਿਕਰ ਹੈ। ਉਹ ਸ਼ਰਾਬ ਦਾ ਪੀਣ, ਆਪਣੇ ਪਤੀਆਂ ਦੇ ਅਧੀਨ ਹੋਣ, ਸੁੰਦਰ ਹੋਣ ਤੇ ਚੰਗੀਆਂ ਗੱਲਾਂ ਸਿਖਾਉਣ ਤੇ ਮੁਟਿਆਰਾਂ ਨੂੰ ਮੱਤ ਦੇਣ ਤੇ ਆਪਣੇ ਜੀਵਨ ਦਾ ਮੁਟਿਆਰਾਂ ਦੇ ਵਿੱਚ ਅਸਰ ਪੈਦਾ ਕਰਨ। ਜਦੋਂ ਏਲੀ ਨੇ ਕਿਹਾ, ਭੈਣਾ ਬੀਬਾ ਤੂੰ ਕਿੰਨਾ ਚਿਰ ਖੁਮਾਰੀ ਵਿੱਚ ਰਹੇਗੀ, ਕਿੰਨਾ ਚਿਰ ਸ਼ਰਾਬ ਵਿੱਚ ਰਹੇਗੀ, ਨਸ਼ੇ ਵਿੱਚ ਦੁਆ ਕਰਦੀ ਰਹੇਗੀ? ਉਹਨੇ ਕਿਹਾ ਨਹੀਂ, ਆਪਣੀ ਧੀ ਨੂੰ ਸ਼ੈਤਾਨ ਦੀ ਧੀ ਨਾ ਆਖੋ, ਮੈਂ ਕੋਈ ਅਮਲ ਵਾਲੀ ਚੀਜ਼ ਨਹੀਂ ਪੀਤੀ। ਸੂਰਾ ਕਰਦੇ, ਮੈਂ ਕੋਈ ਅਮਲ ਵਾਲੀ ਚੀਜ਼ ਨਹੀਂ ਪੀਤੀ। ਮੈਂ ਆਪਣਾ ਦੁੱਖ ਲੈ ਕੇ ਪਰਮੇਸ਼ਰ ਦੇ ਘਰ ਵਿੱਚ ਬੈਠੀ ਹਾਂ, ਕਿਉਂਕਿ ਜੇ ਮੇਰਾ ਤੂੰ ਆਪਣੀ ਹਾਲੇਲੂਇਆ, ਮੈਂ ਆਪਣਾ ਦੁੱਖ ਲੈ ਕੇ ਪਰਮੇਸ਼ਰ ਦੀ ਜ਼ਿੰਦਗੀ ਵਿੱਚ ਬੈਠੀ ਹਾਂ। ਮੈਨੂੰ ਬੁਰੀ ਔਰਤ ਨਾ ਸਮਝ, ਮੈਨੂੰ ਬੁਰੀ ਔਰਤ ਨਾ ਸਮਝ। ਮੈਂ ਇੰਨੀ ਲੰਬੀ ਪ੍ਰਾਰਥਨਾ ਇਸ ਲਈ ਕਰ ਰਹੀ ਹਾਂ ਕਿਉਂਕਿ ਮੈਂ ਬੜੀ ਉਦਾਸ ਹਾਂ, ਬੁਰੀ ਉਦਾਸ ਹਾਂ ਅਤੇ ਮੇਰੇ ਦੁੱਖਾਂ ਦੀ ਕਹਾਣੀ ਬੜੀ ਲੰਬੀ ਹੈ। और क्या मेरा दुख लंबा है ते मेरी दुआ भी की है ਲੰਮੀ। हालेलुया। कईयां ਨੂੰ 50% दुख ਹੁੰਦਾ ਨਾ ਤੇ ਦੁਆ ਕਿੰਨੀ ਹੁੰਦੀ ਹੈ? 10%। 5%। ਦੱਸੋ 5% ਦੁਆ ਤਾਂ ਨਹੀਂ, 45% ਨੂੰ ਗੱਲ ਕਰ ਦੇਗੀ। ਉਹਦਾ ਗੁੱਸਾ ਰਹਿਣਾ ਦਿਲ ਜੇ ਮੈਂ ਇੰਨੀ ਦੁਆ ਇੰਨਾ ਕਹਿੰਦੇ ਇੰਨਾ ਤਾਂ ਪਰ ਗੌਰ ਨਹੀਂ ਕੀਤੀ। बीमारी 100% ਤੇ ਦੁਆ 10%। 90% ਬਿਮਾਰੀ ਦਾ ਕਿਤਨਾ ਦੁਆ ਬੇਟੇ 10%। और क्या ਮੈਨੂੰ ਸ਼ੈਤਾਨ ਦੀ ਧੀ ਆਖੋ ਜਨਾਬ,
मैं दुखा दी माड़ी हाँ, मेरा दुख बड़ा है ते मेरी दुआ भी डूबी है। ਵੱਡੀ मेरा दुख लंबा तो दुआ भी लंबी है। अज दुख लंबा तो दुआ की है। सिर ते कर्जा लंबा दुआ छोटी है। घर में गरीबी लंबी है, दुआ छोटी है। घर में बीमारी लंबी है, दुआ छोटी है। पति पत्नी बच्चे परिवार दे विच परेशानियां ने, मुश्किलां ने, तंगियां तकलीफां ने, दुआ सिर्फ 10 मिनट दी है। ये जिन्ना चਿਰ ਉਹਦੀ दुआ 10 मिनट ਦੀ ਰਹੀ ਨਾ, ਉਹਨਾਂ ਚਿਰ ਖੁਦਾ ਨੇ ਉਹਨੂੰ ਫਲਵੰਤ ਨਹੀਂ ਕੀਤਾ। ਜਿੱਦਾਂ ਸ਼ੈਤਾਨ ਦੀ ਰੂਹ ਅੰਦਰ ਸੀ, ਖੁਦਾ ਨੇ ਫਲਵੰਤ ਨਹੀਂ ਕੀਤਾ। ਜਿੱਦਾਂ ਸਾਰਾ ਕੁਝ ਮੁਕਾ ਦਿੱਤਾ, ਖਤਮ ਕਰ ਦਿੱਤਾ, ਉਧਰ ਗੁੱਡੇ ਟੇਕੇ ਪਰਮੇਸ਼ਰ ਦੇ ਚਰਨਾਂ 'ਚ ਤੇ ਦੁਆ 5 ਘੰਟੇ ਦੀ, ਦੁਆ 6 ਘੰਟੇ ਦੀ, ਦੁਆ 10 ਘੰਟੇ ਦੀ ਹੋ ਗਈ ਤੇ ਬਿਮਾਰੀ ਆਪਣੇ ਆਪ ਤੇ ਦੂਰ ਹੋ ਗਈ। दुआ करे कदे संता कराते संता ने दुआ कर दी, 2 मिनट वास्ते दुआ करके चल गई, उसे दुआ ते खलो गया। घर जाके नहीं दुआ की, रात नहीं की, सवेरे नहीं की, शाम नहीं की, दोपहर नहीं की, रात उठ के नहीं की। बीमारी कितनी लंबी है, दुआ छोटी। इन्हें कलाम से भी समझ लिया। इतना सूरज पढ़ गया ਮੈਨੂੰ ਬੁਰੀ ਔਰਤ